हेलो स्टूडेंट्स, ਅੱਜ ਅਸੀਂ ਪੜ੍ਹਨ ਜਾ ਰਹੇ ਹਾਂ +2 ਕਲਾਸ ਦੀ ਇੱਕ ਚੈਪਟਰ ਕੋਆਰਡੀਨੇਸ਼ਨ ਕੰਪਾਊਂਡਸ ਦੀਆਂ ਕੁਝ ਥਿਊਰੀਜ਼, ਜਿਵੇਂ ਕਿ ਵਰਨਰ ਥਿਊਰੀ ਐਂਡ ਵੈਲੈਂਸ ਬੌਂਡ ਥਿਊਰੀ। ਬਟ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਆਰਡੀਨੇਸ਼ਨ ਕੰਪਾਊਂਡਸ ਕੀ ਹੁੰਦੇ ਹਨ। ਫਸਟ ਆਫ ਆਲ ਅਸੀਂ ਪੜ੍ਹਾਂਗੇ ਡੈਫੀਨੇਸ਼ਨ ਆਫ ਦੀ ਕੋਆਰਡੀਨੇਸ਼ਨ ਕੰਪਾਊਂਡਸ। Coordination compounds are the chemical compounds that consist of an array of anions and neutral molecules that are bound to a central metal atom by the coordinate covalent bond. Coordination compounds are also referred as the coordination complexes. जो coordination compounds ਹੁੰਦੇ ਹਨ ਉਹ chemical compounds ਹੁੰਦੇ ਹਨ ਜਿਹਦੇ ਵਿੱਚ ਇੱਕ central metal atom ਹੁੰਦਾ ਹੈ ਜਿਸ ਦੇ ਨਾਲ ਕੁਝ ਕੁ molecules ਜਾਂ ਫਿਰ anions attached ਹੁੰਦੇ ਹਨ by the ਕੋਆਰਡੀਨੇਟ ਕੋਵਲੈਂਟ ਬੌਂਡ। ਉਹਨਾਂ ਵਿੱਚ ਜੋ ਬੌਂਡ ਹੋਏਗਾ ਉਹ ਨੋਰਮਲ ਕੋਵਲੈਂਟ ਬੌਂਡ ਨਾ ਹੋ ਕੇ ਕੋਆਰਡੀਨੇਟ ਕੋਵਲੈਂਟ ਬੌਂਡ ਹੋਏਗਾ। ਹੁਣ ਤੁਹਾਨੂੰ ਪਤਾ ਹੀ ਹੈ ਕਿ ਕੋਆਰਡੀਨੇਟ ਕੋਵਲੈਂਟ ਬੌਂਡ ਕਿਸ ਤਰ੍ਹਾਂ ਬਣਦਾ ਹੈ। ਇਹਦੇ ਵਿੱਚ ਇੱਕ ਐਟਮ ਜੋ ਹੁੰਦਾ ਹੈ, ਇੱਕ ਐਲੀਮੈਂਟ ਆਪਣੇ ਇੱਕ ਲੋਨ ਪੇਅਰ ਆਫ ਇਲੈਕਟ੍ਰੋਨ ਡੋਨੇਟ ਕਰਦਾ ਹੈਗਾ ਟੂ ਦਾ ਅਦਰ ਐਟਮ ਟੂ ਮੇਕ ਦੀ ਕੋਆਰਡੀਨੇਟ ਬੌਂਡ। ਠੀਕ ਹੈ ਜੀ। ਹੁਣ ਅਸੀਂ ਇੱਥੇ ਕੁਝ ਐਗਜ਼ਾਮਪਲਸ ਦੇਖਦੇ ਹਾਂ ਕੋਆਰਡੀਨੇਸ਼ਨ ਕੰਪਾਊਂਡਸ ਦੀਆਂ। ਫਸਟ ਐਗਜ਼ਾਮਪਲ ਹੈ COCl3 NH3 ਥ੍ਰਾਈਸ K4FeNCN6 NiCO4। ਠੀਕ ਹੈ ਜੀ। ਇਹਨਾਂ ਕੰਪਾਊਂਡਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਕਿ ਫਸਟ ਕੰਪਾਊਂਡ ਦੇ ਵਿੱਚ ਕੋਬਾਲਟ ਜੋ ਹੈ ਸੈਂਟਰਲ ਮੈਟਲ ਐਟਮ ਐਕਟ ਕਰ ਰਿਹਾ ਹੈ, ਆਇਰਨ ਜੋ ਹੈ ਉਹ ਸੈਂਟਰਲ ਮੈਟਲ ਆਇਨ ਐਕਟ ਕਰ ਰਿਹਾ ਹੈ ਅਤੇ ਨਿਕਲ ਜੋ ਹੈ ਉਹ ਵੀ ਸੈਂਟਰਲ ਮੈਟਲ ਆਇਨ ਐਕਟ ਕਰ ਰਿਹਾ ਹੈ। ਠੀਕ ਹੈ ਜੀ। ਅਤੇ ਇਹਨਾਂ ਦੇ ਨਾਲ ਜੋ ਲਿਗੇਂਡਸ ਲੱਗੇ ਹੋਏ ਨੇ ਜਿਵੇਂ ਕਿ Cl3 NH3 ਉਹ ਨਿਊਟਰਲ ਮੋਲੀਕਿਊਲਸ ਵੀ ਹੋ ਸਕਦੇ ਹਨ ਜਾਂ ਫਿਰ ਐਨਾਇਨਸ ਵੀ ਹੋ ਸਕਦੇ ਹਨ। ਹੁਣ ਅਸੀਂ ਇੱਥੇ ਡੈਫੀਨੇਸ਼ਨ ਵੀ ਕਰਾਂਗੇ ਕਿ ਸੈਂਟਰਲ ਮੈਟਲ ਆਇਨ ਦੀ ਡੈਫੀਨੇਸ਼ਨ ਕੀ ਹੁੰਦੀ ਹੈ। The atom or ion to which a fixed number of neutral molecules or ions are attached in a coordination entity is called the central metal ion। ਕਿਸੇ ਵੀ ਕੋਆਰਡੀਨੇਸ਼ਨ ਕੰਪਲੈਕਸ ਦੇ ਵਿੱਚੋਂ ਕਿ ਸੈਂਟਰਲ ਮੈਟਲ ਆਇਨ ਹੁੰਦਾ ਹੈ ਉਹਦੇ ਨਾਲ ਜਿਸ ਦੇ ਨਾਲ ਬਹੁਤ ਸਾਰੇ ਨਿਊਟਰਲ ਮੋਲੀਕਿਊਲਸ ਜਾਂ ਫਿਰ ਆਇਨਸ ਅਟੈਚਡ ਹੁੰਦੇ ਹਨ ਉਹਨੂੰ ਸੈਂਟਰਲ ਮੈਟਲ ਆਇਨ ਬੋਲਦੇ ਹਨ। ਇਹ ਸੈਂਟਰਲ ਜੋ ਆਇਨ ਹੁੰਦਾ ਹੈ ਇਹ ਟ੍ਰਾਂਜ਼ੀਸ਼ਨ ਮੈਟਲਸ ਦੇ ਵਿੱਚੋਂ ਹੀ ਮੋਸਟਲੀ ਲਏ ਜਾਂਦੇ ਹਨ। ਹੁਣ ਨੈਕਸਟ ਗੱਲ ਕਰਾਂਗੇ ਲੀਗੈਂਡਸ ਦੀ ਕਿ ਲੀਗੈਂਡਸ ਕੀ ਹੁੰਦੇ ਹਨ। ਮੈਟਲ ਆਇਨ ਦੇ ਨਾਲ ਜੋ ਕਿ molecules ions ਲੱਗੇ ਹੁੰਦੇ ਹਨ ਉਹਨਾਂ ਨੂੰ ਅਸੀਂ ਲੀਗੈਂਡਸ ਬੋਲਦੇ ਹਨ। The atom or the molecules ions which is capable of donating a pair of electron to the central metal ion and form the coordinate bond with it is called ligands। ਹੁਣ ligands ਉਹ ਐਟਮ ਜਾਂ ਮੋਲੀਕਿਊਲ ਹੁੰਦੇ ਹਨ ਜੋ ਕਿ ਇੱਕ ਲੋਨ ਪੇਅਰ ਆਫ ਇਲੈਕਟ੍ਰੋਨ ਡੋਨੇਟ ਕਰ ਸਕਦੇ ਹਨ ਸੈਂਟਰਲ ਮੈਟਲ ਆਇਨ ਨੂੰ, ਉਹਨੂੰ ਅਸੀਂ ligands ਬੋਲਦੇ ਹਾਂ। ਹੁਣ ਇਹ ligands ਜਿਹੜੇ ਹੁੰਦੇ ਹਨ ਸਿੰਪਲ ਵੀ ਹੋ ਸਕਦੇ ਹਨ ਅਤੇ ਕੰਪਲੈਕਸ ਵੀ ਹੋ ਸਕਦੇ ਹਨ। ਸਿੰਪਲ ਦੇ ਵਿੱਚ ਆਉਣਗੇ ਯੂਨੀਡੈਂਟੇਟ ਲੀਗੈਂਡ ਜਿਵੇਂ ਕਿ Cl ਕਲੋਰਾਈਡ ਅਮੋਨੀਆ ਮੋਲੀਕਿਊਲ ਵਾਟਰ ਮੋਲੀਕਿਊਲ ਐਂਡ OH ਹਾਈਡਰੋਕਸਿਲ ਆਇਨ। ਇਹਨਾਂ ਸਾਰੇ ਨੂੰ ਆਪਾਂ ਯੂਨੀਡੈਂਟੇਟ ਲੀਗੈਂਡ ਬੋਲਦੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਕਿ ਯੂਨੀਡੈਂਟੇਟ ਲੀਗੈਂਡਸ ਦੇ ਵਿੱਚ Cn ਜੋ ਹੈ ਇੱਕ ਆਇਨ ਹੈ, ਕਲੋਰਾਈਡ ਜੋ ਹੈ ਉਹ ਵੀ ਇੱਕ ਆਇਨ ਹੈ, OH ਹਾਈਡਰੋਕਸਿਲ ਉਹ ਵੀ ਇੱਕ ਆਇਨ ਹੈ। ਬਟ ਅਮੋਨੀਆ ਅਤੇ ਵਾਟਰ ਜੋ ਇੱਕ ਉਹ ਸਿੰਪਲ ਨਿਊਟਰਲ ਮੋਲੀਕਿਊਲਸ ਦੀ ਤਰ੍ਹਾਂ ਐਕਟ ਕਰਦੇ ਹਨ। ਹੁਣ ਨੈਕਸਟ ਐਗਜ਼ਾਮਪਲ ਹੈ ਲੀਗੈਂਡਸ ਦੀ ਬਾਈਡੈਂਟੇਟ ਲੀਗੈਂਡ। ਇਹਦੇ ਵਿੱਚ ਅਸੀਂ ਐਬਰੀਵੇਸ਼ਨਸ ਦੇਖ ਸਕਦੇ ਹਾਂ ENGLY DIPY। ਇਹ ਜੋ ਐਬਰੀਵੇਸ਼ਨਸ ਨੇ EN ਸਪੋਜ਼ ਇਹ ਸ਼ਾਰਟ ਫਾਰਮਸ ਨੇ ਇਥਾਈਲੀਨ ਡਾਈਮਾਈਨ ਦੀਆਂ। GLY ਇਜ਼ ਦਾ ਸ਼ਾਰਟ ਫਾਰਮ ਆਫ ਦੀ ਗਲਾਈਸਿਨੋਨੇਟ ਐਂਡ DIPY ਇਜ਼ ਦਾ ਸ਼ਾਰਟ ਫਾਰਮ ਆਫ ਦੀ ਡਾਈਪਾਰੀਡਾਈਲ। ਠੀਕ ਹੈ ਜੀ। ਇਹ ਸੀ ਦੀ ਟਾਈਪਸ ਆਫ ਦੀ ਲੀਗੈਂਡਸ। ਨੈਕਸਟ ਅਸੀਂ ਡਿਸਕਸ ਕਰਾਂਗੇ ਦਾ ਡਿਫਰੈਂਸ ਬਿਟਵੀਨ ਦਾ ਡਬਲ ਸਾਲਟ ਐਂਡ ਦੀ ਕੋਆਰਡੀਨੇਸ਼ਨ ਕੰਪਾਊਂਡਸ। ਹੁਣ ਜੋ ਡਬਲ ਸਾਲਟ ਐਂਡ ਕੋਆਰਡੀਨੇਸ਼ਨ ਕੰਪਾਊਂਡਸ ਹੁੰਦੇ ਹਨ ਦੇਖਣ ਵਿੱਚ ਸੇਮ ਹੀ ਲੱਗਦੇ ਹਨ ਬਟ ਇਹਨਾਂ ਵਿੱਚ ਕੁਝ ਡਿਫਰੈਂਸ ਹੁੰਦਾ ਹੈ। ਠੀਕ ਹੈ ਜੀ। ਡਬਲ ਸਾਲਟ ਦੀ ਅਸੀਂ ਐਗਜ਼ਾਮਪਲ ਆਮ ਕੀਤੀਆਂ ਹੋਈਆਂ ਹਨ ਜਿਵੇਂ ਕਿ ਸੁਣੀਆਂ ਵੀ ਹੋਈਆਂ ਹਨ ਜਿਵੇਂ ਕਿ ਪੋਟਾਸ਼ ਐਲਮ, ਆਇਰਨ ਐਲਮ, ਮੋਹਰ ਸਾਲਟ। ਕੋਆਰਡੀਨੇਸ਼ਨ ਕੰਪਾਊਂਡ ਦੀਆਂ ਐਗਜ਼ਾਮਪਲਸ ਅਸੀਂ ਆਲਰੇਡੀ ਕਰ ਚੁੱਕੇ ਹਾਂ। ਹੁਣ ਦੇਖਦੇ ਹਾਂ ਇਹਨਾਂ ਵਿੱਚ ਡਿਫਰੈਂਸ ਕੀ ਹੁੰਦਾ ਹੈ। ਡਬਲ ਸਾਲਟ ਆਰ ਕੰਪਲੀਟਲੀ ਆਇਨਾਈਜ਼ੇਬਲ ਇਨ ਦੀ ਐਕੁਅਸ ਸੋਲਿਊਸ਼ਨ। ਜੋ ਡਬਲ ਸਾਲਟ ਹੁੰਦੇ ਹਨ ਉਹ ਪੂਰੀ ਤਰ੍ਹਾਂ ਆਇਨਾਈਜ਼ ਹੋ ਜਾਂਦੇ ਹਨ ਐਕੁਅਸ ਸੋਲਿਊਸ਼ਨ ਦੇ ਵਿੱਚ। ਬਟ ਦੀ ਕੋਆਰਡੀਨੇਸ਼ਨ ਕੰਪਲੈਕਸਿਸ ਆਰ ਇਨਕੰਪਲੀਟਲੀ ਆਇਨਾਈਜ਼ੇਬਲ ਇਨ ਦੀ ਐਕੁਅਸ ਸੋਲਿਊਸ਼ਨ। ਜੋ ਕੋਆਰਡੀਨੇਸ਼ਨ ਕੰਪਾਊਂਡਸ ਹੁੰਦੇ ਹਨ ਉਹ ਪੂਰੀ ਤਰ੍ਹਾਂ ਆਇਨਾਈਜ਼ ਨਹੀਂ ਹੋ ਸਕਦੇ ਐਕੁਅਸ ਸੋਲਿਊਸ਼ਨ ਦੇ ਵਿੱਚ। ਹੁਣ ਐਕੁਅਸ ਸੋਲਿਊਸ਼ਨ ਕੀ ਹੁੰਦਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਦੋਂ ਕਿਸੇ ਸੋਲਟ ਨੂੰ ਆਪਾਂ ਪਾਣੀ ਵਿੱਚ ਡਿਜ਼ੋਲਵ ਕਰਦੇ ਹਾਂ ਤਾਂ ਫਿਰ ਉਹ ਐਕੁਅਸ ਸੋਲਿਊਸ਼ਨ ਫਾਰਮ ਹੁੰਦਾ ਹੈ। ਸੈਕਿੰਡ ਪ੍ਰੋਪਰਟੀ ਦੇਖਦੇ ਹਾਂ। ਸੈਕਿੰਡ ਡਿਫਰੈਂਸ ਕੀ ਹੈਗਾ ਦੋਨਾਂ ਦੇ ਵਿੱਚ। ਦੇ ਲੋਸ ਦੇਅਰ ਆਈਡੈਂਟੀਟੀ। ਜਦੋਂ ਡਬਲ ਸਾਲਟ ਨੂੰ ਪਾਣੀ ਵਿੱਚ ਡਿਜ਼ੋਲਵ ਕੀਤਾ ਜਾਂਦਾ ਹੈ ਐਕੁਅਸ ਸੋਲਿਊਸ਼ਨ ਬਣਾਇਆ ਜਾਂਦਾ ਹੈ ਉਹ ਆਪਣੀ ਆਈਡੈਂਟੀਟੀ ਲੋਸ ਕਰ ਦਿੰਦੇ ਹਨ। ਬਟ ਇਨ ਦੀ ਕੋਆਰਡੀਨੇਸ਼ਨ ਕੰਪਾਊਂਡ ਦੇ ਡੂ ਨੋਟ ਲੋਸ ਦੇਅਰ ਆਈਡੈਂਟੀਟੀ ਇਨ ਸੋਲਿਊਸ਼ਨ। The third difference between the double salt and the coordination compound is that in double salt metal ion exhibit normal valency। ਡਬਲ ਸਾਲਟ ਦੇ ਵਿੱਚ ਜੋ ਮੈਟਲ ਆਇਨ ਹੋਏਗਾ ਉਹਦੇ ਉੱਪਰ ਨਾਰਮਲ ਵੈਲੈਂਸੀ ਹੋਏਗੀ। ਬਟ ਇਨ ਦ ਕੋਆਰਡੀਨੇਸ਼ਨ ਕੰਪਾਊਂਡ
The number of negative ions and molecules surrounding the central metal atom is more than the normal valency. ठीक है जी, this was the difference between the double salt and the coordination compounds. Next ਅਸੀਂ डिस्कस ਕਰਨ ਜਾ ਰਹੇ ਹਾਂ ਇਸ ਵੀਡੀਓ ਦਾ मेन टॉपिक वर्नर थ्योरी. ठीक है जी, वर्नर थ्योरी was given by the Alfred Werner, a Swiss scientist chemist who put forward a theory to explain the formation of the complexes compound. ਕੰਪਲੈਕਸ ਕੰਪਾਊਂਡਸ ਦੀ ਫਾਰਮੇਸ਼ਨ ਦੇ ਲਈ ਅਲਫਰਡ ਵਰਨਰ ਜੋ ਇੱਕ ਸਾਇੰਟਿਸਟ ਹੋਏ ਨੇ ਸਵਿਟਜ਼ਰਲੈਂਡ ਦੇ, ਉਹਨਾਂ ਨੇ ਬਹੁਤ ਵਧੀਆ ਇਨਫੋਰਮੇਸ਼ਨ ਐਕਸਪਲੇਨੇਸ਼ਨ ਦਿੱਤੀ ਸੀ. ਬਹੁਤ ਸਾਰੇ ਸਾਇੰਟਿਸਟ ਨੇ ਪਹਿਲਾਂ ਟਰਾਈ ਕੀਤਾ ਸੀ ਕਿ ਕੋਆਰਡੀਨੇਸ਼ਨ ਕੰਪਾਊਂਡਸ ਦੀਆਂ ਪ੍ਰੋਪਰਟੀਜ਼ ਨੂੰ ਸਟੱਡੀ ਕੀਤਾ ਜਾਵੇ, ਬਟ ਅਲਫਰਡ ਵਰਨਰ ਵਾਜ਼ ਸਕਸੈਸਫੁਲ. He gave the successful explanation and this theory was become quite famous. It was the first successful explanation became famous as the coordination theory of the complex compounds, which is known as Werner coordination theory. ਹੁਣ ਅਸੀਂ ਪੜਾਂਗੇ ਕਿ ਇਸ ਥਿਊਰੀ ਦੇ ਪੋਸਟੂਲੇਟਸ ਕੀ ਨੇ. The first postulate is the central metal atom in the coordination compound exhibit two types of the valencies. ਜੋ coordination compounds ਦੇ ਵਿੱਚ central metal atom ਹੁੰਦੇ ਹਨ, ਉਹਨਾਂ ਵਿੱਚ ਦੋ ਤਰ੍ਹਾਂ ਦੀਆਂ valencies ਹੁੰਦੀਆਂ ਹਨ, primary and secondary valencies. Primary valencies are ionizable and correspond to the number of the charge on the complex ion. ਜੋ ਪ੍ਰਾਇਮਰੀ ਵੈਲੈਂਸੀਜ਼ ਹੁੰਦੀਆਂ ਹਨ ਉਹ ਆਇਨਾਈਜ਼ੇਬਲ ਹੁੰਦੀਆਂ ਹਨ ਅਤੇ ਉਹ ਜਿੰਨਾ ਵੀ ਕੰਪਲੈਕਸ ਆਇਨ ਦੇ ਉੱਪਰ ਚਾਰਜ ਹੁੰਦਾ ਹੈ ਉਹ ਉਸ ਦੀ ਪ੍ਰਾਇਮਰੀ ਵੈਲੈਂਸੀ ਤਰ੍ਹਾਂ ਐਕਟ ਕਰਦਾ ਹੈ. ਪ੍ਰਾਇਮਰੀ ਵੈਲੈਂਸੀ ਅਪਲਾਈ equally well to a simple salt and to the complexes and are satisfied by the negative ion. ਜੋ ਪ੍ਰਾਇਮਰੀ ਵੈਲੈਂਸੀਜ਼ ਹੁੰਦੀਆਂ ਹਨ ਉਹ ਨੈਗੇਟਿਵ ਆਇਨਸ ਦੁਆਰਾ ਸੈਟਿਸਫਾਈਡ ਹੁੰਦੀਆਂ ਹਨ. ਹੁਣ ਜਦੋਂ ਅਸੀਂ ਕੋਈ ਕੰਪਲੈਕਸ ਆਇਨ ਦੀ ਆਕਸੀਡੇਸ਼ਨ ਨੰਬਰ ਕਾਊਂਟ ਕਰਦੇ ਹਾਂ, ਫਾਈਂਡ ਕਰਦੇ ਹਾਂ, ਦੈਨ ਉਹ ਅਸੀਂ ਇੱਕ ਤਰ੍ਹਾਂ ਇਸ ਦੀ ਪ੍ਰਾਇਮਰੀ ਵੈਲੈਂਸੀ ਨੂੰ ਹੀ ਫਾਈਂਡ ਕਰਦੇ ਹਾਂ. ਨੈਕਸਟ ਅਸੀਂ ਗੱਲ ਕਰਾਂਗੇ ਸੈਕੰਡਰੀ ਵੈਲੈਂਸੀ ਦੀ. ਥਰਡ ਪੋਸਟੂਲੇਟ ਇਜ਼ ਦੈਟ ਦ ਸੈਕੰਡਰੀ ਵੈਲੈਂਸੀਜ਼ ਆਰ ਨੋਨ ਆਇਨਾਈਜ਼ੇਬਲ. ਇਟ ਕੋਰਸਪੋਂਡ ਟੂ ਦ ਵੈਲੈਂਸੀਜ਼ ਦੈਟ ਆ ਮੈਟਲ ਐਟਮ ਟੂਵਰਡ ਦ ਨਿਊਟਰਲ ਮੋਲੀਕਿਊਲ. ਜਿੰਨੇ ਵੀ ਨਿਊਟਰਲ ਮੋਲੀਕਿਊਲ ਅਟੈਚ ਹੋਣਗੇ ਸੈਂਟਰਲ ਮੈਟਲ ਆਇਨ ਦੇ ਨਾਲ ਉਹ ਕੋਰਸਪੋਂਡ ਕਰਨਗੇ ਟੂ ਦ ਸੈਕੰਡਰੀ ਵੈਲੈਂਸੀਜ਼. Secondary valencies are satisfied by the negative ions or by the neutral molecules and it help in the determination of the structure of the complex. Secondary valencies ਚ ਹੁੰਦੀਆਂ ਹਨ negative ion ਜਾਂ ਫਿਰ neutral molecules ਦੁਆਰਾ satisfied ਹੁੰਦੀਆਂ ਹਨ ਅਤੇ ਇਹ complex ਦਾ structure find ਕਰਨ ਦੇ ਵਿੱਚ ਵੀ help ਕਰਦੀਆਂ ਹਨ. ਠੀਕ ਹੈ ਜੀ, these were the postulate of the Werner theory. Next ਅਸੀਂ ਕਰਾਂਗੇ discuss ਕੁਛ example, ਕੁਛ structures of the ਵਰਨਰ ਥਿਊਰੀ. ਇੱਥੇ ਸਾਡੇ ਕੋਲ ਫਸਟ ਐਗਜ਼ਾਮਪਲ ਹੈ ਹੈਗਜ਼ਾ ਅਮਾਈਨੋ ਕੋਬਾਲਟ 3 ਕਲੋਰਾਈਡ ਦੀ. ਜਿਵੇਂ ਕਿ ਤੁਸੀਂ ਇਹ ਸਟਰਕਚਰ ਦੇਖ ਸਕਦੇ ਹੋ ਕਿ ਸਟਰਕਚਰ ਦੇ ਵਿੱਚ ਸਾਡੇ ਕੋਲ ਕੋਬਾਲਟ ਜੋ ਹੈ ਸੈਂਟਰ ਦੇ ਵਿੱਚ ਹੈ, ਸੈਂਟਰਲ ਮੈਟਲ ਆਇਨ ਦੀ ਤਰ੍ਹਾਂ ਐਕਟ ਕਰ ਰਿਹਾ ਹੈ. ਇਸ ਦੇ ਨਾਲ 3 ਕਲੋਰਾਈਡ ਆਇਨ ਲੱਗੇ ਹੋਏ ਹਨ ਅਤੇ 6 ਅਮੋਨੀਆ ਮੋਲੀਕਿਊਲਸ ਲੱਗੇ ਹੋਏ ਹਨ. ਇਸ ਕੰਪਲੈਕਸ ਦਾ ਨਾਮ ਹੈ ਹੈਗਜ਼ਾ ਅਮਾਈਨ ਕੋਬਾਲਟ 3 ਕਲੋਰਾਈਡ. ਹੁਣ ਇਸ ਕੰਪਲੈਕਸ ਦੀ ਜਦੋਂ ਅਸੀਂ ਆਕਸੀਡੇਸ਼ਨ ਸਟੇਟ ਫਾਈਂਡ ਕਰਦੇ ਹਾਂ, ਆਕਸੀਡੇਸ਼ਨ ਨੰਬਰ ਫਾਈਂਡ ਕਰਦੇ ਹਾਂ ਤਾਂ ਉਹ +3 ਆਕਸੀਡੇਸ਼ਨ ਨੰਬਰ ਇਸ ਦਾ ਆਉਂਦਾ ਹੈ. ਐਂਡ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਿ ਇਸ ਕੰਪਲੈਕਸ ਦੇ ਵਿੱਚ ਦੋ ਤਰ੍ਹਾਂ ਦੀਆਂ ਲਾਈਨਸ ਦੇ ਨਾਲ ਲਿਗੈਂਡਸ ਅਟੈਚਡ ਹਨ. ਇੱਕ ਡੋਟਡ ਲਾਈਨਸ ਨੇ ਅਤੇ ਦੂਸਰੀਆਂ ਸਟ੍ਰੇਟ ਲਾਈਨਸ ਨੇ. ਹੁਣ ਜਿੱਥੇ ਡੋਟਡ ਲਾਈਨਸ ਨੇ ਉਹ ਪ੍ਰਾਇਮਰੀ ਵੈਲੈਂਸੀ ਨੂੰ ਡਿਨੋਟ ਕਰਦੀਆਂ ਹਨ ਅਤੇ ਜੋ ਸਟ੍ਰੇਟ ਲਾਈਨਸ ਨੇ ਉਹ ਸੈਕੰਡਰੀ ਵੈਲੈਂਸੀ ਨੂੰ ਡਿਨੋਟ ਕਰਦੀਆਂ ਹਨ. ਕੋਬਾਲਟ ਹੈਜ਼ 3 ਪ੍ਰਾਇਮਰੀ ਵੈਲੈਂਸੀ ਐਂਡ ਸੈਕੰਡਰੀ ਵੈਲੈਂਸੀ 6. ਕੋਬਾਲਟ ਦੇ ਵਿੱਚ 3 ਪ੍ਰਾਇਮਰੀ ਵੈਲੈਂਸੀਜ਼ ਹੋਣਗੀਆਂ ਅਤੇ 6 ਸੈਕੰਡਰੀ ਵੈਲੈਂਸੀਜ਼ ਹੋਣਗੀਆਂ. 3 chloride ions will be precipitated on the addition of the AgNO3 but 6 ammonia molecule will not. ਹੁਣ ਜਦੋਂ ਇਸ ਸੋਲਿਊਸ਼ਨ ਦੇ ਵਿੱਚ ਅਸੀਂ ਸਿਲਵਰ ਨਾਈਟ੍ਰੇਟ ਸੋਲਿਊਸ਼ਨ ਐਡ ਕਰਦੇ ਹਾਂ ਇਸ ਕੰਪਾਊਂਡ ਦੇ ਵਿੱਚ, ਦੈਨ 3 chloride ion ਜੋ ਹੈ ਪ੍ਰੈਸਿਪਿਟੇਟ ਆਊਟ ਹੋ ਜਾਣਗੇ ਐਜ਼ ਅ ਸਿਲਵਰ ਕਲੋਰਾਈਡ. ਕਿਉਂਕਿ 3 chloride ions ਹੀ ਐਜ਼ ਅ ਪ੍ਰਾਇਮਰੀ ਵੈਲੈਂਸੀ ਐਕਟ ਕਰ ਰਹੇ ਹਨ ਅਤੇ ਪ੍ਰਾਇਮਰੀ ਵੈਲੈਂਸੀਜ਼ ਨੂੰ ਰਿਮੂਵ ਕਰਨਾ ਕਾਫੀ ਈਜ਼ੀ ਹੁੰਦਾ ਹੈ. ਨੈਕਸਟ ਅਸੀਂ ਡਿਸਕਸ ਕਰਾਂਗੇ ਅਦਰ ਸਟਰਕਚਰਸ ਇਨ ਰਿਗਾਰਡ ਟੂ ਦਾ ਵਰਨਰ ਥਿਊਰੀ. ਨੈਕਸਟ ਸਾਡੇ ਕੋਲ ਸਟਰਕਚਰ ਹੈ ਪੈਂਟਾ ਅਮਾਈਨੋ ਕੋਬਾਲਟ 3 ਕਲੋਰਾਈਡ. ਹੁਣ ਇਸ ਸਟਰਕਚਰ ਅਤੇ ਪਿਛਲੇ ਸਟਰਕਚਰ ਦੇ ਵਿੱਚ ਕੀ ਡਿਫਰੈਂਸ ਸੀ ਕਿ ਲਾਸਟ ਸਟਰਕਚਰ ਦੇ ਵਿੱਚ ਸਾਡੇ ਕੋਲ 6 ਅਮੋਨੀਆ ਮੋਲੀਕਿਊਲ ਸੀ ਕੋਬਾਲਟ ਦੇ ਨਾਲ ਅਤੇ 3 ਕਲੋਰਾਈਡ ਆਇਨ ਸੀ. ਨੈਕਸਟ ਸਟਰਕਚਰ ਦੇ ਵਿੱਚ ਅਸੀਂ ਇੱਕ ਅਮੋਨੀਆ ਮੋਲੀਕਿਊਲ ਕੱਟ ਕਰ ਦਿੱਤਾ ਹੈ. ਨਾਓ ਵੀ ਹੈਵ ਓਨਲੀ 5 ਅਮੋਨੀਆ ਮੋਲੀਕਿਊਲ. In this structure, the 5 positions are occupied by the ammonia and 1 position by the chloride ion.
This chloride ion has the dual valency, primary as well as secondary valency। ਹੁਣ ਇਸ ਸਟਰਕਚਰ ਦੇ ਵਿੱਚ ਸਾਡੇ ਕੋਲ ਜੋ 5 ਪੋਜੀਸ਼ਨਸ ਹੋਣੀਆਂ ਅਮੋਨੀਆ ਮੋਲੀਕੂਲ ਆਕੂਪਾਈ ਕਰੇਗਾ ਤੇ ਬਾਕੀ ਦੀਆਂ 2 ਪੋਜੀਸ਼ਨਸ ਜੋ ਹੋਣਗੀਆਂ ਉਹ 2 ਕਲੋਰਾਈਡ ਆਇਨ ਐਕਟ ਕਰਨਗੇ ਪ੍ਰਾਇਮਰੀ ਵੈਲੈਂਸੀ ਦੀ ਤਰ੍ਹਾਂ ਅਤੇ ਇੱਕ ਜੋ ਕਲੋਰਾਈਡ ਆਇਨ ਹੋਏਗਾ ਉਹਦੇ ਵਿੱਚ ਦੋਨੋਂ ਵੈਲੈਂਸੀਸ ਹੋਣਗੀਆਂ ਡੂਅਲ ਵੈਲੈਂਸੀਸ ਹੋਣਗੀਆਂ ਪ੍ਰਾਇਮਰੀ ਐਜ਼ ਵੈਲ ਐਜ਼ ਸੈਕੰਡਰੀ ਵੈਲੈਂਸੀ। But on the precipitation only 2 chloride ions will be precipitate out। बट जो ਪ੍ਰੈਸੀਪੀਟੇਸ਼ਨ ਕਰਦੇ ਹਾਂ AgNO3 ਦਾ ਸੋਲੂਸ਼ਨ ਇਹਦੇ ਵਿੱਚ ਐਡ ਕਰਾਂਗੇ ਦੈਨ ਸਾਡੇ ਕੋਲ ਸਿਰਫ 2 ਮੋਲੀਕਿਊਲ ਹੀ ਬਣ ਗਏ ਸਿਲਵਰ ਕਲੋਰਾਈਡ ਦੇ। ਠੀਕ ਹੈ ਜੀ। ਇਸ ਸਟਰਕਚਰ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਲੋਰਾਈਡ ਆਇਨ ਦੇ ਵਿੱਚ ਸਾਡੇ ਕੋਲ ਡੂਅਲ ਵੈਲੈਂਸੀ ਹੈ। ਠੀਕ ਹੈ ਜੀ। ਨੈਕਸਟ ਵੀ ਹੈਵ ਦ ਸਟਰਕਚਰ ਆਫ ਦੀ octamino cobalt 3। ਇਸ ਸਟਰਕਚਰ ਦੇ ਵਿੱਚ ਸਾਡੇ ਕੋਲ 2 ਕਲੋਰਾਈਡ ਆਇਨਸ ਜੋ ਹੋਣਗੇ ਡੂਅਲ ਵੈਲੈਂਸੀਸ ਨੂੰ correspond ਕਰਨਗੇ on the reaction with AgNO3 only 1 chloride ion will be precipitate out and same in the other structures। ठीक है जी। this was the Werner theory। next ਅਸੀਂ ਡਿਸਕਸ ਕਰਨ ਜਾ ਰਹੇ ਹਾਂ the valence bond theory। valence bond theory is also very important theory। ਕੁਛ ਕੁ ਚੀਜ਼ਾਂ ਸੀ ਕੁਛ ਕੁ ਕੰਪਾਊਂਡਸ ਦੀ ਐਕਸਪਲੇਨੇਸ਼ਨ ਵਰਨਰ ਥਿਊਰੀ ਵੱਲੋਂ ਨਹੀਂ ਦਿੱਤੀਆਂ ਗਈਆਂ ਸਨ ਇਸ ਲਈ ਉਹ ਸਾਰੀਆਂ ਕਨਫਿਊਜ਼ਨਸ ਨੂੰ ਦੂਰ ਕਰਨ ਦੇ ਲਈ ਵੈਲੈਂਸ ਬੌਂਡ ਥਿਊਰੀ ਆਈ ਸੀ। ਦਿਸ ਥਿਊਰੀ ਵਾਜ਼ ਗਿਵਨ ਬਾਈ ਦਾ ਲਾਈਨਸ ਪੌਲਿੰਗ ਇਨ 1931। 1931 ਦੇ ਵਿੱਚ ਇਹ ਥਿਊਰੀ ਦਿੱਤੀ ਗਈ ਸੀ ਬਾਈ ਦ ਲਾਈਨਸ ਪੌਲਿੰਗ। ਇਟ ਐਕਸਪਲੇਨ ਦੀ ਸਟਰਕਚਰ ਐਂਡ ਮੈਗਨੈਟਿਕ ਪ੍ਰੋਪਰਟੀਜ਼ ਆਫ ਦੀ ਕੋਆਰਡੀਨੇਸ਼ਨ ਕੰਪਾਊਂਡਸ। ਇਸ ਥਿਊਰੀ ਦੇ ਨਾਲ ਮੈਗਨੈਟਿਕ ਪ੍ਰੋਪਰਟੀਜ਼ ਤੇ ਸਟਰਕਚਰ ਨੂੰ ਐਕਸਪਲੇਨ ਕਰਨਾ ਕਾਫੀ ਈਜ਼ੀ ਹੋ ਗਿਆ ਸੀ। ਨਾਓ ਵੀ ਵਿਲ ਡਿਸਕਸ ਦੀ ਅਸੰਪਸ਼ਨਸ ਆਫ ਦੀ ਵੈਲੈਂਸ ਬੌਂਡ ਥਿਊਰੀ। ਅਸੰਪਸ਼ਨਸ ਦੇ ਵਿੱਚ the first assumption will be the central metal atom or ion in the complex make available a number of the empty orbitals for the formation of the coordinate bond with the ligands। ਫਸਟ assumption ਇਹ ਕਹਿ ਰਹੀ ਹੈ ਕਿ ਜੋ ਸੈਂਟਰਲ ਮੈਟਲ ਐਟਮ ਹੋਏਗਾ ਉਹ ਆਪਣੇ ਵਿੱਚ ਕੁਝ ਕੁ orbitals ਨੂੰ empty ਕਰੇਗਾ so that ਜਿਹਦੇ ਵਿੱਚ coordinate bond ਬਣ ਸਕੇ with the ligands। Second assumption is the appropriate atomic orbital sp_df of the metal hybridized to give a set of the orbitals to give geometries such as the square planar tetrahedral and so on। ਜੋ ਐਟੋਮਿਕ ऑर्बिटल्स ਹੋਣਗੇ sp d ਜਾਂ f ਇਹ ਆਪਸ ਵਿੱਚ ਹਾਈਬ੍ਰਿਡਾਈਜ਼ ਹੋ ਕੇ ਕੁਝ ਕੁ ਸੈਟ ਆਫ ऑर्बिटल्स ਦੀ ਫਾਰਮੇਸ਼ਨ ਕਰਨਗੇ ਜਿਸ ਤੋਂ ਸਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਜਿਓਮੈਟਰੀਜ਼ ਮਿਲ ਸਕਦੀਆਂ ਹਨ ਜਿਵੇਂ ਕਿ ਸਕੁਅਰ ਪਲੇਨਰ ਟੈਟਰਾਹੀਡਰਲ ਆਕਟਾਹੀਡਰਲ ਐਟਸੈਟਰਾ। d orbital involved in the hybridization may be either inner or outer d orbital। ਜੋ d orbital ਹੋਏਗਾ ਜੋ ਕਿ ਹਾਈਬ੍ਰਿਡਾਈਜੇਸ਼ਨ ਦੇ ਵਿੱਚ ਪਾਰਟਿਸਿਪੇਟ ਕਰੇਗਾ ਉਹ ਇਨਰ ऑर्बिटल ਵੀ ਹੋ ਸਕਦਾ ਅਤੇ ਆਊਟਰ ऑर्बिटल ਵੀ ਹੋ ਸਕਦਾ ਹੈ। Each ligand has at least one orbital containing a lone pair of the electron। ਜੋ ligands attach ਹੋਣਗੇ coordination compounds ਦੇ ਵਿੱਚ ਉਹਨਾਂ ਵਿੱਚ ਇੱਕ ਕੰਡੀਸ਼ਨ ਇਹ ਵੀ ਹੋਏਗੀ ਕਿ ਉਹਨਾਂ ਸਭ ਦੇ ਕੋਲ ਇੱਕ lone pair of electron ਜ਼ਰੂਰ ਹੋਣਾ ਚਾਹੀਦਾ ਹੈ। Empty hybrid orbitals of the metal overlap with the filled orbitals of the ligand to form the coordinate bond। जो empty hybrid orbitals ਹੋਣਗੇ ਮੈਟਲ ਦੇ ਉਹ ਓਵਰਲੈਪ ਕਰਨਗੇ filled orbitals of the ligand ताकि coordinate bond बन सके। Now we will discuss the applications of the valence bond theory। The first application, the first example we will discuss is the hexamino cobalt। इस compound ਦੇ ਵਿੱਚ cobalt जो है is the central metal ion and it has the atomic number of 27 and outer electronic configuration is 3d7 4s2। ਹੁਣ ਸਾਨੂੰ ਪਤਾ ਕਿ ਜਦੋਂ ਕੋਬਾਲਟ ਨੂੰ ਅਸੀਂ ਕੋਆਰਡੀਨੇਸ਼ਨ ਕੰਪਾਊਂਡ ਦੇ ਵਿੱਚ ਇਸ ਦੀ ਆਕਸੀਡੇਸ਼ਨ ਸਟੇਟ ਆਕਸੀਡੇਸ਼ਨ ਨੰਬਰ ਫਾਈਂਡ ਕਰਦੇ ਹਾਂ ਤਾਂ ਉਹ ਆਏਗਾ +3 ਆਕਸੀਡੇਸ਼ਨ ਸਟੇਟ ਦੇ ਵਿੱਚ। +3 ਆਕਸੀਡੇਸ਼ਨ ਸਟੇਟ ਹੋਣ ਦੇ ਕਾਰਨ ਇਹਦੇ ਵਿੱਚੋਂ 3 ਇਲੈਕਟ੍ਰੋਨ ਰਿਮੂਵ ਹੋ ਜਾਣਗੇ ਜੋ ਕਿ 2 ਇਲੈਕਟ੍ਰੋਨ 4s ऑर्बिटल ਦੇ ਵਿੱਚੋਂ 2 ਇਲੈਕਟ੍ਰੋਨ ਜੋ ਹੋਣਗੇ 4s ऑर्बिटल ਦੇ ਵਿੱਚੋਂ ਰਿਮੂਵ ਹੋਣਗੇ ਅਤੇ ਇੱਕ ਇਲੈਕਟ੍ਰੋਨ ਜੋ ਹੋਏਗਾ ਉਹ 3d ਇਲੈਕਟ੍ਰੋਨ 3d ऑर्बिटल ਦੇ ਵਿੱਚੋਂ ਰਿਮੂਵ ਹੋਏਗਾ। ਠੀਕ ਹੈ ਜੀ। ਉਸ ਤੋਂ ਬਾਅਦ 3d ਦੇ ਵਿੱਚ ਜੋ ਇਲੈਕਟ੍ਰੋਨਸ ਬਚਣਗੇ ਉਹ ਹੋਣਗੇ 6 ਇਲੈਕਟ੍ਰੋਨਸ ਜਿਵੇਂ ਕਿ ਅਸੀਂ ਇੱਥੇ ਫਸਟ ਰੋ ਦੇ ਵਿੱਚ ਦੇਖ ਸਕਦੇ ਹਾਂ ਕਿ 3d ਦੇ ਵਿੱਚ 6 ਇਲੈਕਟ੍ਰੋਨਸ ਸਾਡੇ ਕੋਲ ਪਏ ਹੋਏ ਨੇ।
ਹੁਣ ਕਿਉਂਕਿ ਅਮੋਨੀਆ ਲਿਗੈਂਡ ਜੋ ਹੈ ਉਹ ਇੱਕ ਸਟਰੋਂਗ ਫੀਲਡ ਲਿਗੈਂਡ ਹੈ, ਅਮੋਨੀਆ ਲਿਗੈਂਡ ਦੇ ਆਉਣ ਦੇ ਨਾਲ ਇੱਥੇ ਜੋ ਸਿੰਗਲ ਪੇਅਰ ਇਲੈਕਟ੍ਰੋਨਸ ਪਏ ਹੋਏ ਹਨ, ਸਿੰਗਲ ਇਲੈਕਟ੍ਰੋਨਸ ਪਏ ਹੋਏ ਹਨ, ਇਹ ਸਾਰੇ ਪੇਅਰ ਅਪ ਹੋ ਜਾਣਗੇ। ਪੇਅਰ ਅਪ ਹੋ ਕੇ ਇਹਨਾਂ ਨੇ 2 ਔਰਬਿਟਲ ਐਮਟੀ ਕਰ ਦੇਣੇ ਹਨ। ਠੀਕ ਹੈ ਜੀ, ਤੇ ਜਿਹੜੇ 2 ਔਰਬਿਟਲ ਐਮਟੀ ਹੋਣਗੇ ਉਹ D2 ਔਰਬਿਟਲ 'ਚ ਹੋਣਗੇ, ਉਹ S ਤੇ P ਔਰਬਿਟਲਸ ਦੇ ਨਾਲ ਹਾਈਬ੍ਰਿਡਾਈਜੇਸ਼ਨ ਕਰ ਲੈਣਗੇ। ਓਵਰਲੈਪ ਹੋ ਕੇ ਇੱਕ ਨਿਊ ਹਾਈਬ੍ਰਿਡਾਈਜੇਸ਼ਨ ਨੂੰ ਬਣਾਉਣਗੇ, ਜਿਹੜੀ ਕੀ ਹੋਏਗੀ D2sp3 ਹਾਈਬ੍ਰਿਡਾਈਜੇਸ਼ਨ। ਤੇ ਇਹ ਜੋ D2sp3 ਹਾਈਬ੍ਰਿਡ ਔਰਬਿਟਲਸ ਹੋਣਗੇ, ਇਹਨਾਂ ਦੇ ਵਿੱਚ ਹੀ ਅਮੋਨੀਆ ਲਿਗੈਂਡ ਦੇ ਲੋਨ ਪੇਅਰ ਇਲੈਕਟ੍ਰੋਨਸ ਆ ਕੇ ਹਾਈਬ੍ਰਿਡਾਈਜ਼ ਕਰਨਗੇ, ਇਹਨਾਂ ਦੇ ਨਾਲ ਬੌਂਡਿੰਗ ਕਰਨਗੇ। ਠੀਕ ਹੈ ਜੀ, ਸੋ ਦਿਸ ਵਾਜ਼ ਦਾ ਫਰਸਟ example. Now we have a second example, hexacyano-cobalt 3. Here we have again the same central metal ion cobalt. Cobalt ਦੀ configuration ਅਸੀਂ already discuss ਕਰ ਚੁੱਕੇ ਹਾਂ, same configuration ਹੋਏਗੀ ਉਸਦੀ 3d7 4s2. cobalt here cobalt is again in +3 oxidation state, ਇਸ ਲਈ cobalt ਦੇ ਵਿੱਚ +3 ਆਕਸੀਡੇਸ਼ਨ ਸਟੇਟ ਤੋਂ ਬਾਅਦ 3 ਇਲੈਕਟ੍ਰੋਨ ਰਿਮੂਵ ਕਰਨ ਤੋਂ ਬਾਅਦ ਸੇਮ ਅਗੇਨ 6 ਇਲੈਕਟ੍ਰੋਨਸ ਰਹਿ ਜਾਣਗੇ। ਹੁਣ ਅਸੀਂ ਇਸ ਡਾਇਗਰਾਮ ਵਿੱਚ ਦੇਖ ਸਕਦੇ ਹਾਂ, ਪਹਿਲਾ ਕੋਬਾਲਟ ਜੋ ਹੈ ਸਿੰਪਲ ਗਰਾਊਂਡ ਸਟੇਟ ਦੀ ਆਪਾਂ ਇਹਦੀ ਕਨਫੀਗਰੇਸ਼ਨ ਲਿਖੀ ਹੋਈ ਹੈ 3d7 4s2 ਐਂਡ 4p ਐਮਟੀ ਔਰਬਿਟਲ ਹੈ। ਜਦੋਂ ਕੋਬਾਲਟ ਆਇਨ ਦੀ ਆਕਸੀਡੇਸ਼ਨ ਸਟੇਟ ਦੇ ਨਾਲ ਲਿਖਾਂਗੇ CO is in +3 oxidation state, then it will remove 3 electrons, 1 pair of electron from the 4s orbital and 1 electron from the 3d orbital। ਠੀਕ ਹੈ ਜੀ, ਇਸ ਤੋਂ ਬਾਅਦ ਕੋਬਾਲਟ ਦੇ ਕੋਲ 6 ਇਲੈਕਟ੍ਰੋਨ ਰਹਿ ਜਾਣਗੇ। ਹੁਣ ਇੱਥੇ ਸਾਡੇ ਕੋਲ ਸਾਇਨਾਈਡ ਲਿਗੈਂਡ ਜੋ ਹੈ ਉਹ ਅਗੇਨ ਇੱਕ ਸਟਰੋਂਗ ਫੀਲਡ ਲਿਗੈਂਡ ਹੈ, ਇਸ ਕਰਕੇ ਜੋ ਸਿੰਗਲ ਪੇਅਰ ਇਲੈਕਟ੍ਰੋਨ ਹੋਣਗੇ D ਔਰਬਿਟਲ ਦੇ ਵਿੱਚ ਉਹ ਫਿਰ ਤੋਂ ਪੇਅਰ ਅਪ ਹੋ ਜਾਣਗੇ ਅਤੇ 2 D ਔਰਬਿਟਲਸ ਨੂੰ ਐਮਟੀ ਛੱਡ ਜਾਣਗੇ। ਠੀਕ ਹੈ ਜੀ, ਹੁਣ ਇਹ 2 D ਔਰਬਿਟਲਸ, ਇੱਕ S ਔਰਬਿਟਲ ਅਤੇ 3 P ਔਰਬਿਟਲ ਆਪਸ ਵਿੱਚ ਓਵਰਲੈਪ ਹੋ ਕੇ ਇੱਕ ਨਵੀਂ ਕਨਫੀਗਰੇਸ਼ਨ ਬਣਾਉਣਗੇ D2sp3 ਹਾਈਬ੍ਰਿਡਾਈਜੇਸ਼ਨ। ਠੀਕ ਹੈ ਬੱਚਿਓ, ਤੇ ਇਸ ਕਨਫੀਗਰੇਸ਼ਨ ਇਹਨਾਂ ਔਰਬਿਟਲਸ ਦੇ ਨਾਲ ਹੀ ਜੋ ਲਿਗੈਂਡਸ ਨੇ ਉਹ ਅਟੈਚ ਹੋਣਗੇ, ਇਸ ਦੇ ਨਾਲ ਓਵਰਲੈਪ ਹੋ ਕੇ ਕੋਆਰਡੀਨੇਟ ਬੌਂਡ ਬਣਾਉਣਗੇ। ਠੀਕ ਹੈ ਜੀ, ਸੋ ਦਿਸ ਵਾਜ਼ ਦਾ ਵੈਲੈਂਸ ਬੌਂਡ ਥਿਊਰੀ। ਨਾਓ ਵੀ ਹੈਵ ਸਮ ਕੁਐਸਚਨਸ, ਅਸੀਂ ਕੁਝ ਕੁਐਸਚਨ ਡਿਸਕਸ ਕਰਾਂਗੇ। ਫਸਟ ਕੁਐਸਚਨ ਕੀ ਹੈ? ਫਸਟ ਕੁਐਸਚਨ ਇਜ਼ what was the term proposed by the Werner for the number of the groups bound directly to the metal ion in a coordination compound? First choice is primary valency, second is secondary valency, third is oxidation number, fourth is none of these। क्वेश्चन ਕੀ ਹੈ ਕਿ ਵਰਨਰ ਨੇ ਜੋ ਥਿਊਰੀ ਦਿੱਤੀ ਸੀ, ਜੋ ਟਰਮ ਦਿੱਤੀ ਸੀ, ਉਸ ਵਿੱਚ ਜੋ ਨੰਬਰ ਆਫ ਗਰੁੱਪਸ ਡਾਇਰੈਕਟਲੀ ਸੈਂਟਰਲ ਮੈਟਲ ਆਇਨ ਦੇ ਨਾਲ ਅਟੈਚ ਹੋਣਗੇ, ਇਹਨਾਂ ਨੂੰ ਅਸੀਂ ਕੀ ਨਾਮ ਦੇਵਾਂਗੇ? ਪ੍ਰਾਇਮਰੀ ਵੈਲੈਂਸੀ, ਸੈਕੰਡਰੀ ਵੈਲੈਂਸੀ, ਆਕਸੀਡੇਸ਼ਨ ਨੰਬਰ, ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸੋ ਦਾ ਰਾਈਟ ਆਂਸਰ ਇਜ਼ ਦਾ ਸੈਕੰਡਰੀ ਵੈਲੈਂਸੀ। ਠੀਕ ਹੈ ਜੀ, next question is Werner proposed that the primary valencies are ionizable and are satisfied only by the positive ions. It is a true false question and the answer will be the false। ठीक है जी, next question है Werner postulated that the octahedral, tetrahedral and square planar geometries are more common in the coordination compounds of dash। octahedral, tetrahedral, square planar geometries है ਉਹ ਜ਼ਿਆਦਾਤਰ ਕਿਹਨਾਂ ਕੋਆਰਡੀਨੇਸ਼ਨ ਕੰਪਾਊਂਡਸ ਦੇ ਕੰਪਲੈਕਸਿਸ ਵਿੱਚ ਵੇਖੀਆਂ ਜਾ ਸਕਦੀਆਂ ਹਨ? ਫਸਟ ਚੋਇਸ ਹੈ ਅਲਕਲੀ ਮੈਟਲ, ਸੈਕੰਡ ਇਜ਼ ਲੈਂਥੇਨਾਈਡਸ, ਥਰਡ ਇਜ਼ ਐਕਟੀਨਾਈਡਸ ਐਂਡ ਫੋਰਥ ਇਜ਼ ਟ੍ਰਾਂਜੀਸ਼ਨ ਮੈਟਲ। ਸੋ ਦਾ ਰਾਈਟ ਆਂਸਰ ਇਜ਼ ਦਾ ਟ੍ਰਾਂਜੀਸ਼ਨ ਮੈਟਲ। ਆਪਾਂ ਸਟਾਰਟਿੰਗ ਵਿੱਚ ਕੀਤਾ ਸੀ ਜੋ ਕੋਆਰਡੀਨੇਸ਼ਨ ਕੰਪਲੈਕਸਿਸ ਹੁੰਦੇ ਹਨ ਮੋਸਟਲੀ ਆਪਣੇ ਕੋਆਰਡੀਨੇਸ਼ਨ ਕੰਪਾਊਂਡਸ ਟ੍ਰਾਂਜੀਸ਼ਨ ਮੈਟਲਸ ਦੇ ਨਾਲ ਬਣਾਉਂਦੇ ਹਨ। ਨੈਕਸਟ ਕੁਐਸਚਨ ਇਜ਼ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ ਫॉर ਦੀ ਦਿਸ ਕੰਪਲੈਕਸ। ਇਸ ਕੰਪਲੈਕਸ ਦੇ ਲਈ ਸਹੀ ਜਿਓਮੈਟਰੀ ਐਂਡ ਹਾਈਬ੍ਰਿਡਾਈਜੇਸ਼ਨ ਕੀ ਹੋਵੇਗੀ? ਹੁਣ ਇਸ ਕੰਪਲੈਕਸ ਦੀ ਜਿਓਮੈਟਰੀ ਤੇ ਹਾਈਬ੍ਰਿਡਾਈਜੇਸ਼ਨ ਫਾਈਂਡ ਕਰਨ ਲਈ ਸਭ ਤੋਂ ਪਹਿਲਾਂ ਮੈਂਗਨੀਜ਼ ਦਾ ਆਕਸੀਡੇਸ਼ਨ ਨੰਬਰ ਫਾਈਂਡ ਕਰਾਂਗੇ। ਆਕਸੀਡੇਸ਼ਨ ਨੰਬਰ ਫਾਈਂਡ ਕਰਨ ਤੋਂ ਬਾਅਦ ਅਸੀਂ ਆਕਸੀਡੇਸ਼ਨ ਨੰਬਰ ਇਸ ਦਾ +3 ਆਏਗਾ। ਠੀਕ ਹੈ ਜੀ, ਇਸ ਤੋਂ ਬਾਅਦ ਅਸੀਂ ਫਰਦਰ ਇਸ ਦੀ ਔਰਬਿਟਲਸ ਡਰੋ ਕਰਕੇ ਦੇਖਾਂਗੇ ਅਤੇ ਦੇਖਾਂਗੇ ਕਿ ਇਸ ਦੀ ਜਿਓਮੈਟਰੀ ਕੀ ਹੋਵੇਗੀ ਅਤੇ ਇਸ ਦੀ ਹਾਈਬ੍ਰਿਡਾਈਜੇਸ਼ਨ ਕੀ ਹੋਵੇਗੀ। So the right answer here will be the D2sp3 hybridization and the geometry will be octahedral. Third answer will be the right answer।
Here we have the last question is that which of the following is true for the formation of the stable bonds according to the valence bond theory? ਇਹਨਾਂ ਵਿੱਚੋਂ ਕਿਹੜੀਆਂ ਕੰਡੀਸ਼ਨਸ ਹਨ ਜਿਹੜੀਆਂ ਕਿ ਇੱਕ ਸਟੇਬਲ ਬੌਂਡ ਬਣਾਉਣ ਦੇ ਲਈ ਜ਼ਰੂਰੀ ਹਨ? ਫਸਟ choice is the greater overlapping between the atomic orbitals. Second choice is close proximity between two atoms. Third choice is pairing of the electrons having opposite spins. Fourth is all of above. So the right answer is fourth one. ਇਹ ਸਾਰੀਆਂ ਕੰਡੀਸ਼ਨਸ ਜੋ ਹੁੰਦੀਆਂ ਹਨ ਨੈਸੈਸਰੀ ਹੁੰਦੀਆਂ ਹਨ ਵੈਲੈਂਸ ਬੌਂਡ ਥਿਊਰੀ ਦੇ ਵਿੱਚ ਸਟੇਬਲ ਸਟਰੋਂਗ ਬੌਂਡ ਬਣਾਉਣ ਦੇ ਲਈ। ਠੀਕ ਹੈ ਜੀ। So that was the topic valence bond theory and Werner theory. Thank you.